ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਬਰਗਾੜੀ ਮੋਰਚਾ ਸਮਾਪਤ ਹੋਇਆ ਤੇ ਉਹ ਸਾਰਾ ਦਰਬਾਰ ਸਾਹਿਬ ਉਹਨਾਂ ਨੇ ਮੱਥਾ ਟੇਕਣ ਆਉਣਾ। ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਹਨੂੰ ਅਸੀਂ ਪ੍ਰੀਕਾਸ਼ਨਰੀ ਇਹ ਫੋਰਸ ਲਗਾਈ ਹੈ, ਪਰ ਕਿਉਂਕਿ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਸ਼੍ਰੋਮਣੀ ਕਮੇਟੀ ਨਾਲ ਵੀ ਗੱਲ ਹੋ ਗਈ ਹੈ। ਸੋ ਮੱਥਾ ਟੇਕਣਗੇ, ਅਰਦਾਸ ਕਰਕੇ ਕੋਈ ਮੀਡੀਆ ਨੂੰ ਜਿਹੜੀ ਉਹਨਾਂ ਨੇ ਬਰੀਫਿੰਗ ਕਰਨੀ ਉਹ ਬਾਹਰ ਪਲਾਜ਼ਾ 'ਤੇ ਕਰ ਦੇਣਗੇ। ਇਹ ਦੇਖੋ ਸਾਡੇ EMPLOYE ਕੁਝ ਸਿਵਲ 'ਚ ਅੰਦਰ ਨੇ, ਬਾਕੀ ਯੂਨੀਫਾਰਮ ਸਾਡੇ ਕੋਲ ਹੈਗੇ ਆ 250-300। ਨਹੀਂ, ਟੀਮ ਸਾਡੀ ਸਪੈਸ਼ਲ ਆਪਣੀ ਕਮਿਸ਼ਨਰ ਅੰਮ੍ਰਿਤਸਰ ਦੀ ਹੈ। ਬਾਕੀ ਲਾਅ ਐਂਡ ਆਰਡਰ ਲਈ ਸਾਡੇ ਕੋਲ ਆਲਰੇਡੀ ਜਿਹੜੀ ਫੋਰਸ ਹੈਗੀ ਆ, ਕਮਾਂਡੋ ਹੈਗੇ ਆ, ਸਵੈਟ ਟੀਮ ਹੈਗੀ ਆ, ਉਹ ਸਾਡੇ ਕੋਲ ਹੈ। ਸਿੱਖ ਚੈਨਲ ਦੇਖ ਰਹੀ ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਖੜੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਜੇ ਕਿ ਵੱਡੀ ਗਿਣਤੀ ਦੇ ਵਿੱਚ ਸਿਵਲ ਦੇ ਵਿੱਚ ਵੀ ਤੇ ਯੂਨੀਫਾਰਮ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਤੈਨਾਤ ਕੀਤਾ ਗਿਆ। ਤੈਨਾਤ ਕੀਤੇ ਜਾਣ ਦਾ ਮਕਸਦ ਜਿਹੜਾ ਉਹ ਇਹ ਹੈ ਕਿ ਅੱਜ ਬਰਗਾੜੀ ਤੋਂ ਮਾਰਚ ਕਰ ਰਿਹਾ ਆ। ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸੀ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਮਾਰਚ ਜਿਹੜਾ ਕੁਝ ਹੀ ਦੇਰ ਦੇ ਵਿੱਚ ਇੱਥੇ ਪਹੁੰਚਣ ਵਾਲਾ ਹੈ। ਉਸ ਨੂੰ ਮੁੱਖ ਰੱਖਦਿਆਂ ਸਵੇਰ ਤੋਂ ਹੀ ਅੱਜ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਪ੍ਰਸ਼ਾਸਨ ਜਿਹੜਾ ਆ ਉਹ ਲਗਾਇਆ ਗਿਆ। ਤੁਸੀਂ ਦੇਖ ਸਕਦੇ ਜੇ ਕਿ ਪੁਲਿਸ ਪ੍ਰਸ਼ਾਸਨ ਦੇ ਇਲਾਵਾ ਇੱਥੇ CID, ਇੰਟੈਲੀਜੈਂਸ, ਕਮਾਂਡੋ ਤੇ ਹੋਰ ਫੋਰਸ ਜਿਹੜੀ ਆ ਉਹ ਤੈਨਾਤ ਕੀਤੀ ਗਈ ਆ, ਤਾਂ ਜੋ ਕੋਈ ਜਿਹੜੀ ਗੱਲਬਾਤ ਆ ਉਹ ਨਾ ਹੋ ਸਕੇ। ਚਾਹੇ ਕਿ ਪੁਲਿਸ ਅਧਿਕਾਰੀਆਂ ਨੇ ਇਹ ਕਿਹਾ ਆ ਕਿ ਉਹ ਵੀ ਦਰਬਾਰ ਸਾਹਿਬ ਜਿਹੜਾ ਨਤਮਸਤਕ ਹੋਣ ਵਾਸਤੇ ਆ ਰਹੇ ਆ, ਪਰ ਫਿਰ ਵੀ ਜੇਕਰ ਕੋਈ ਗੱਲਬਾਤ ਜਿਹੜੀ ਆ ਉਹ ਨਾ ਵਾਪਰੇ ਕਿਸੇ ਵੀ ਤਰ੍ਹਾਂ ਦੀ ਕੋਈ, ਇਸ ਕਰਕੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਤੈਨਾਤ ਕੀਤਾ ਗਿਆ ਆ। ਸੋ ਅੱਜ ਉਹਨਾਂ ਦੇ ਇੱਥੇ ਆਉਣ ਦਾ ਮਕਸਦ ਇਹ, ਉਹਨਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਜਿਹੜਾ ਆ ਜਥੇਦਾਰ ਧਿਆਨ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਉਹ ਸਮਾਪਤ ਨਹੀਂ ਹੋਇਆ, ਉਸ ਦਾ ਪੜਾਅ ਬਦਲਿਆ ਗਿਆ ਆ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ ਜਾਵੇਗੀ। ਅਰਦਾਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਫੈਸਲਾ ਲਿਆ ਜਾਵੇਗਾ, ਐਲਾਨ ਕੀਤਾ ਜਾਵੇਗਾ ਕਿ ਅਗਲਾ ਪੜਾਅ ਜਿਹੜਾ ਆ ਉਹ ਕਿੱਥੇ ਹੋਵੇਗਾ। ਸੋ ਅੱਜ ਦੇਖਣ ਵਾਲੀ ਗੱਲ ਇਹ ਆ ਕਿ ਬਰਗਾੜੀ ਤੋਂ ਚੱਲ ਕੇ ਜਿਹੜਾ ਇਹ ਮਾਰਚ ਆ ਰਿਹਾ ਆ, ਉਸ ਦੇ ਨਾਲ ਕਿੰਨੀ ਸੰਗਤ ਜਿਹੜੀ ਇੱਥੇ ਪਹੁੰਚਦੀ ਆ, ਤੇ ਨਾਲ ਐਲਾਨ ਜਿਹੜਾ ਅਗਲਾ ਆ ਉਹ ਕੀ ਹੁੰਦਾ ਆ, ਕਿਵੇਂ ਦਾ ਐਲਾਨ ਜਿਹੜਾ ਆ ਉਹ ਹੋ ਸਕਦਾ ਆ। ਤੁਸੀਂ ਦੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਹੋਏ ਆ, ਉਹ ਵੀ ਇੱਥੇ ਪਹਿਲਾਂ ਹੀ ਪਹੁੰਚ ਚੁੱਕੇ ਆ। ਤੁਸੀਂ ਦੇਖ ਸਕਦੇ ਜੇ ਕਿ ਸਾਰੇ ਜਿਹੜੇ ਆ ਉਹ ਖੜੇ ਹੋਏ ਆ। ਇੱਧਰ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਵੀ ਤੈਨਾਤ ਕੀਤਾ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ। ਸੋ ਹੁਣ ਤੋਂ ਕੁਝ ਹੀ ਦੇਰ ਦੇ ਬਾਅਦ ਦੇ ਵਿੱਚ ਜਿਹੜੀ ਇਹ ਮਾਰਚ ਆ ਉਹ ਪਹੁੰਚਣ ਵਾਲਾ ਆ, ਤੇ ਮਾਰਚ ਜਦੋਂ ਇੱਥੇ ਪਹੁੰਚੇਗਾ ਤੇ ਉਸ ਸਮੇਂ ਜਿਹੜਾ ਆ ਕਿੰਨੀਆਂ ਸੰਗਤਾਂ ਉਹਨਾਂ ਦੇ ਨਾਲ ਜਿਹੜੀਆਂ ਆ ਉਹ ਆਉਂਦੀਆਂ ਆ, ਉਹ ਵੀ ਦੇਖਣ ਵਾਲੀ ਗੱਲ ਹੋਵੇਗੀ। ਅਸੀਂ ਤੁਹਾਨੂੰ ਇਹ ਦਿਖਾਇਆ ਕਿ ਹੁਣ ਤੋਂ ਕੁਝ ਹੀ ਸਮੇਂ ਦੇ ਵਿੱਚ ਇੱਥੇ ਜਿਹੜਾ ਬਰਗਾੜੀ ਤੋਂ ਚੱਲ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਅਗਵਾਈ ਦੇ ਵਿੱਚ ਮਾਰਚ ਆ ਉਹ ਪਹੁੰਚ ਰਿਹਾ ਹੈ। ਸੋ ਤੁਸੀਂ ਦੇਖ ਸਕਦੇ ਜੇ ਕਿ ਜਲਿਆਂਵਾਲੇ ਬਾਗ ਵਾਲੇ ਪਾਸਿਓਂ ਬਰਗਾੜੀ ਤੋਂ ਜਿਹੜਾ ਮਾਰਚ ਚੱਲਿਆ ਸੀਗਾ ਅੱਜ ਸਵੇਰ ਤੋਂ, ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਾ ਸੀਗਾ, ਉਹ ਪਹੁੰਚ ਚੁੱਕਾ ਹੈ। ਤੇ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਕਿਵੇਂ ਇਹ ਮਾਰਚ ਜਿਹੜਾ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਜਿਹੜੇ ਆ ਉਹ ਲਾਉਂਦਾ ਹੋਇਆ ਜਿਹੜਾ ਆ ਉਹ ਪਹੁੰਚ ਰਿਹਾ ਆ। ਤੁਸੀਂ ਦੇਖ ਸਕਦੇ ਜੇ ਕਿ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਜਿਹੜੇ ਆ ਉਹ ਬਰਗਾੜੀ ਮਾਰਚ ਤੋਂ ਜਿਹੜੇ ਆਏ ਆ ਸਿੰਘ ਸਾਹਿਬ ਜਥੇਦਾਰ ਧਿਆਨ ਸਿੰਘ ਮੰਡ, ਉਹਨਾਂ ਨੂੰ ਸਨਮਾਨਿਤ ਜਿਹੜਾ ਆ ਉਹ ਕਰ ਰਹੇ ਆ। ਤੁਸੀਂ ਦੇਖ ਸਕਦੇ ਜੇ ਕਿ ਸਰੋਪਾ ਪਾ ਕੇ ਸਨਮਾਨਿਤ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਇੱਕ ਵਿਸ਼ਾਲ ਮਾਰਚ ਜਿਹੜਾ ਆ ਉਹ ਸੋ ਭਾਈ ਧਿਆਨ ਸਿੰਘ ਮੰਡ ਜਿਹੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਸਮੁੱਚਾ ਜਿਹੜਾ ਅੱਜ ਦਾ ਮਾਰਚ ਹੈ, ਤੇ ਵੱਖ-ਵੱਖ ਉਹ ਨੁਮਾਇੰਦੇ ਜਿਨ੍ਹਾਂ ਨੇ ਲਗਾਤਾਰ 6 ਮਹੀਨੇ ਉਹਨਾਂ ਦਾ ਇਸ ਮੋਰਚੇ ਦੇ ਵਿੱਚ ਸਾਥ ਜਿਹੜਾ ਆ ਉਹ ਦਿੱਤਾ ਆ। ਸੋ ਜਥੇਦਾਰ ਧਿਆਨ ਸਿੰਘ ਮੰਡ ਨੂੰ ਸਨਮਾਨਿਤ ਜਿਹੜਾ ਆ ਉਹ ਮੜਾਵਾ ਸਾਹਿਬ ਮੜਾ ਉਹ ਭਾਈ ਗੁਰਦੀਪ ਸਿੰਘ ਕਿੱਥੇ ਆ? ਉੱਥੇ ਸਾਈਡ ਤੇ
ਸੋ ਬਰਗਾੜੀ ਮੋਰਚਾ ਜਿਹੜਾ ਆ ਉਹ ਲਗਾਤਾਰ 6 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਆ ਉਹ ਚੱਲਿਆ। ਉਸ ਤੋਂ ਬਾਅਦ ਦੇ ਵਿੱਚ ਹੁਣ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਅੱਜ ਨਤਮਸਤਕ ਹੋਣਗੇ। ਉਸ ਦੇ ਨਾਲ ਨਾਲ ਉਹਨਾਂ ਦੁਆਰਾ ਇੱਥੇ ਅਰਦਾਸ ਕੀਤੀ ਜਾਣੀ ਹੈ। ਅਰਦਾਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਅਗਲਾ ਐਲਾਨ ਕੀਤਾ ਜਾਵੇਗਾ ਕਿ ਕੀ ਜਿਹੜਾ ਆ ਉਹ ਅਗਲਾ ਫੈਸਲਾ ਜਿਹੜਾ ਆ ਉਹਨਾਂ ਦਾ ਹੁੰਦਾ ਆ। ਕਿਵੇਂ ਜਿਹੜਾ ਆ ਉਹ ਕਿਹਾ ਗਿਆ ਸੀ ਕਿ ਬਰਗਾੜੀ ਮੋਰਚਾ ਸਮਾਪਤ ਹੋ ਗਿਆ, ਖਤਮ ਹੋ ਗਿਆ, ਬਹੁਤ ਸਾਰਾ ਕ੍ਰਿਟਿਸਿਜ਼ਮ ਜਿਹੜਾ ਆ ਉਹ ਵੀ ਹੋਇਆ ਸੀਗਾ। ਸੋ ਹੁਣ ਦੇਖਣਾ ਹੋਵੇਗਾ ਕਿ ਬਰਗਾੜੀ ਮੋਰਚਾ ਜਿਹੜਾ ਆ ਉਹ ਇੱਥੋਂ ਅਰਦਾਸ ਤੋਂ ਬਾਅਦ ਦੇ ਵਿੱਚ ਕਿੱਥੇ ਅਗਲਾ ਪੜਾਅ ਜਿਹੜਾ ਆਪਣਾ ਆ ਉਹ ਲੈਂਦਾ ਆ। ਸੋ ਅੱਗੇ ਨਹੀਂ ਲੰਘਿਆ ਜਾਣਾ, ਮੁੜ ਕੇ ਲੰਘ ਜਾ ਕਾਕੇ ਕਾਕੇ ਹੱਥ ਫੜ ਲੈ। ਅੱਗੇ ਚਲੋ ਅੱਗੇ ਅੱਗੇ ਸਾਹਮਣੇ ਕਿੱਡੀ ਸੋਹਣੀ ਬਾਬਾ ਜੀ ਬਾਹਰ 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 ਹੀ ਅੰਦਰ ਥੋੜੀ ਅੱਗੇ ਤੇ ਉਹਦੇ ਵਿੱਚ ਥੋੜਾ ਬਾਹਰ ਲਿਖਿਆ ਕੈਮਰਾ ਖੜੇ ਸਾਰਾ ਕੋਠਾ ਥਾਣੇ ਦਾ ਪਤਲੇ ਬੰਦੇ ਰੋਕੋ ਆ ਲੈਣ ਫੜੋ ਜੀ ਕਿੱਥੇ ਗਏ ਆ ਲਓ ਜੀ ਚਲੋ ਕਿਆ ਫੜਿਆ
ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਦੇ ਵਿੱਚ ਬਾਹਰ ਆ ਰਹੇ ਨੇ। ਬਰਗਾੜੀ ਵਿਖੇ ਮੋਰਚਾ ਜੋ ਲੱਗਾ ਸੀਗਾ 1 ਜੂਨ ਤੋਂ ਉਹ ਮੋਰਚਾ ਜਿਹੜਾ ਸੀ ਉਹਦੀ ਆਰੰਭਤਾ ਹੋਈ ਸੀਗੀ ਤੇ ਇਹ ਮੋਰਚਾ ਜਿਹੜਾ ਪਰਸੋਂ ਸਮਾਪਤ ਹੋਇਆ ਵਾ। ਉਸ ਤੋਂ ਬਾਅਦ ਦੇ ਵਿੱਚ ਇੱਕ ਮਾਰਚ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਵਾਸਤੇ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਉਹ ਮਾਰਚ ਦੀ ਅਗਵਾਈ ਕਰਦੇ ਹੋਏ ਅੰਮ੍ਰਿਤਸਰ ਵਿਖੇ ਪਹੁੰਚੇ ਆ। ਸੋ ਤੁਸੀਂ ਦੇਖ ਸਕਦੇ ਜੇ ਕਿ ਉਹ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਦੇ ਵਿੱਚ ਬਾਹਰ ਆ ਰਹੇ। ਉਹਨਾਂ ਦੇ ਨਾਲ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਸਤਨਾਮ ਸਿੰਘ ਮਨਾਵਾ, ਭਾਈ ਮੋਹਕਮ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਨੁਮਾਇੰਦੇ ਜਿਹੜੇ ਆ ਉਹਨਾਂ ਦੇ ਨਾਲ ਨੇ ਤੇ ਹੋਰ ਜਿਹੜੀਆਂ ਸੰਗਤਾਂ ਬਰਗਾੜੀ ਤੋਂ ਚੱਲ ਕੇ ਜਾਂ ਰਸਤੇ ਦੇ ਵਿੱਚੋਂ ਨਾਲ ਨਾਲ ਉਹਨਾਂ ਦੇ ਆਈਆਂ ਨੇ ਉਹ ਸਾਰੀਆਂ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਆ ਉਹ ਵੀ ਜਥੇਦਾਰ ਮੰਡ ਦੇ ਨਾਲ ਜਿਹੜੇ ਆ ਉਹ ਬਾਹਰ ਆ ਰਹੇ ਆ। ਸੋ हो गया सारा जगह तो हो गया और पीछे काइंडली बेटा मान लीजिए जो बाकी रखा तो मान ला पीछे सारे वाहिगुरू जी का खालसा ਸੋ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆ ਉਹ ਬਾਹਰ ਆ ਰਹੇ ਨੇ। ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹਨਾਂ ਨੇ ਜਿਹੜਾ ਮੱਥਾ ਟੇਕਿਆ, ਉਸ ਤੋਂ ਬਾਅਦ ਦੇ ਵਿੱਚ ਹੁਣ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਪੁਖਤਾ ਪ੍ਰਬੰਧ ਜਿਹੜੇ ਆ ਉਹ ਸਿਕਿਉਰਿਟੀ ਬੜੀ ਜਿਹੜੀ ਆ ਉਹ ਦਰਬਾਰ ਸਾਹਿਬ ਦੇ ਅੰਦਰ ਵੀ ਟਾਸਕ ਫੋਰਸ ਜਿਹੜੀ ਆ ਤੇ ਹੋਰ ਵੀ ਜਿਹੜੀ ਪ੍ਰਸ਼ਾਸਨ ਹੈ ਉਹ ਵੀ ਲਗਾਇਆ ਗਿਆ ਆ। ਹੁਣ ਇਹ ਉਹ ਇੱਥੋਂ ਬਾਹਰ ਆਉਣਗੇ। ਤੁਸੀਂ ਦੇਖ ਸਕਦੇ ਜੇ ਕਿ ਜਿਹੜੇ ਨੁਮਾਇੰਦੇ ਵੱਖ-ਵੱਖ ਉਹ ਪਹੁੰਚ ਰਹੇ ਆ ਬਾਹਰ। ਸੋ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਉਹ ਆਪਣੇ ਸਾਥੀਆਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਜਿਹੜੀਆਂ ਆ ਉਹ ਉਤਰ ਰਹੇ ਆ। ਸੋ ਹੁਣ ਦੇਖਣਾ ਹੋਵੇਗਾ ਕਿ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕੀ ਕੁਝ ਸਾਹਮਣੇ ਆਉਂਦਾ ਵਾ, ਕੀ ਕੁਝ ਕਿਹਾ ਜਾਂਦਾ ਵਾ। मर्यादा समझो, मर्यादा समझो। सिमरो श्री हर राय श्री हर कृष्ण चाहिए। महाराज दसवें पातशाह के आत्म स्वरूप हाजराजू याराजू चावल तखत शतर के मालक साहब श्री गुरु ग्रंथ साहब महाराज ने
गुरु साहिब दे 5 प्यारे 4 साहिबजादे 40 मुक्ते जिन्हां सिख सिंधियां भरने हेठ शीश दिते बंद कटाए कोठियां लहाइयां रंगा कीते गए बेगां च बाले गए माइयां बीबियां ने सभा सामन दे किसी बच्चों टोटे करवा के झोलियां पवाया गला च हार पाए सिख किसी नहीं हारिया गुरुद्वारे की सेवा लिए कुर्बानियां कीतियां भक्तों ने मोड़िया ते मैं नवीन ते प्राचीन सिंधियां शहीदियां महापुरुषों का ध्यान बोलना जी गुरु साहिब पंथ समान गुरुद्वारे ध्यान पर खालसा ईसा बोलना जी सरबत खालसा जी की अरदास है सरबत खालसा जी को वाहिगुरु 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 नाम का सिद्धा सर्व सिद्ध हो गए जहाँ जहाँ खालसा ईसा है तहाँ तहाँ रखिया रहा है बुद्ध की पैज पंथ की जीत श्री साहब जी सहाय खालसा जी के बोल वाले खालसा जी साहब बोलना जी सिखा का मन नीवा मत उच्ची मत पत्ता रखा काल पत वाहिगुरु गरीब निवास सिद्धू दान केस दान रहदान साहोदान विवेक दान विद्या दान भरोसा दान दाना सरदान नाम दान श्री अमृतसर साहिब जी के दर्शन प्रणाम चौंकियां झंडे बंगे जुग जुग का धर्म का जयकार खालसा जी साहब बोलना जी हे नमाने दे मान ताने दे तान नीचे अमोट सतगुरु जीओ श्री ननकाना साहब से होर गुरु भावना तो जिन्हों को पंथ में छोड़िया गया जिन्हों के खुले दर्शन बार ते सेवा संभाल का दान अपने प्यारे खालसा पंथ में बख्शिश करो हे मेरी पीढ़ी के मालक साहब श्री गुरु हरगोबिंद साहब महाराज जी पातशाह जीओ आप जी पवित्र स्थान श्री अकाल तख्त साहिब जी के सच्चे पातशाह जीओ आप जी के रातों सरबत खालसा 12 वरों साहिब हुए श्री अकाल तख्त साहिब के एक्टिंग जथेदार सिंह साहब भाई ध्यान सिंह जी मन ਅਤੇ ਇਸੇ ਤਰ੍ਹਾਂ ਹੋਰ ਗੁਰੂ ਦੀਆਂ ਸੰਗਤਾਂ ਸਿੱਖ ਜਥੇਬੰਦੀਆਂ ਸਿੰਘ ਸਾਹਿਬਾਨ सतगुरु सच्चे पातशाह जीओ भाई अमरीक सिंह जी जहेदार साहब और बाबा बलजीत सिंह जी और जेल च बैठे जहेदार जगतार सिंह हवारा इन्हों सारिया ने सतगुरु जी अगवाई च खालसा पंथ ने बरगाड़ी विखे जिथे आप जी के पवित्र स्वरूप की जदवी हुई सतगुरु जी खालसा पंथ ने मोर्चा लाया सी जिस मोर्चे की सफलता के उपरांत सतगुरु सच्चे पातशाह जीओ आप जी की जदवी करने वाले दोषी सतगुरु जीओ सरकार दियां काल कोठियां में जेलों में खालसा पंथ के आप ने सिर पर मेहर भरे हाथ रख के सतगुरु जी भेजे हैं ये सतगुरु सच्चे पातशाह जीओ खालसा पंथ ने जो मोर्चा लाया सी उन्हें सफलता के नाल सतगुरु जी संपूर्ण करके अज आप जी के पवित्र चरणों में सतगुरु सच्चे पातशाह जीओ आप जी की आशीर्वाद लैन वास्ते आप जी का कोट धन्यवाद करने वास्ते सतगुरु जीओ सिंह साहबान भाई ध्यान सिंह जी मन के सिख जथेबंदियां पहुंचिया हैं मेहर करनी बख्शिश करनी सतगुरु सच्चे पातशाह जीओ खालसा पंथ के सिर पर मेहर भरिया हथ रखना सदा वास्ते अपनी भावनी में रखना खालसा पंथ की जय जयकार करनी सतगुरु जीओ मीरी पीरी के मालक सतगुरु सच्चे पातशाह जीओ गुरुद्वारा साहबाना के प्रबंध में सुधार ਅਤੇ ਆਪ ਜੀ ਦੇ ਟੀਚੇ ਮੁਤਾਬਕ ਮੀਰੀ ਪੀਰੀ ਦੀ ਸਤਿਗੁਰੂ ਜੀ ਸਦਾ ਪੰਜਾਬ ਸਥਾਪਿਤ ਕਰਨ ਵਾਸਤੇ ਆਪਣੇ ਖਾਲਸੇ ਦੇ ਸਹਾਇਕ ਹੋਵੋ ਚੜ੍ਹਦੀ ਕਲਾ ਰੱਖਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨਸਨ ਵਕਤ ਕੇ ਨਿਹਾਲ ਕਰਨਾ ਸਤਿਗੁਰੂ ਜੀ ਭੁੱਲਣ ਹਾਰ ਨਾ और सतगुरु जी आप जी के दर की सेवा करते हैं पंथ की सेवा करते हैं अनेकों गलतियां भुला हो जाए सतगुरु जी आप बख्शण हार हो बख्श लेना सतगुरु सच्चे पातशाह जी हो शहीद कर जिन्हों ने सतगुरु जी आप जी के सिंघां शहीद किया सतगुरु जी उन्होंने जेल च डकना सिंघां दी रिहाइयां ते होर कार्य सतगुरु जी हो आप की कृपा नाल संपूर्ण हो रहे हैं चढ़ती कला में जा रहे हैं मेहर करो सतगुरु जी बाकी रहते काज भी खालसा पंथ सिर पर मेहर कर हाथ करके संपूर्ण पाने चढ़ती कला च रखना संगत के निहाल करना भुलों चुकां की खिमा बख्शिश करनी अड़े सो चढ़े सब करे सो करे गुरु नानक नाम चढ़ती कला तेरे होने सरबत दा वाहिगुरू जी का खालसा वाहिगुरू जी की फतेह दोहरा गया भैया काल की नवे चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट प्राणी दे जो रखो में बोझ है बोझ शब्द में ले राज करेगा खालसा आकी रहे
ਨਾਮ ਜਵਾਰ ਹੈ ਕਿਹੜੇ ਸੁਖ ਦੇ ਪਾਰ ਰੋਸ਼ਤਾ ਕਰ ਸੇਵ ਦੇ ਦੁਆਰ ਕਾਰਨ ਹਾਰ ਬੋਲੇ ਸੋਨਿਹਾ ਅੱਜ ਬਰਗਾੜੀ ਮੋਰਚੇ ਦਾ ਪਹਿਲਾ ਪੜਾਅ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅੱਜ ਸਮੂਹ ਸੰਗਤਾਂ ਦੇ ਨਾਲ ਅਸੀਂ ਆਪਣੀ ਸ਼ਰਧਾ ਭੇਟ ਕਰਨ ਵਾਸਤੇ ਆਏ ਹਾਂ, ਮੱਥਾ ਟੇਕਣ ਵਾਸਤੇ ਆਏ ਹਾਂ, ਅਰਦਾਸ ਕਰਨ ਵਾਸਤੇ ਆਏ ਹਾਂ, ਇੱਥੋਂ ਸ਼ਕਤੀ ਲੈਣ ਵਾਸਤੇ ਆਏ ਹਾਂ। ਜਦੋਂ ਅਸੀਂ ਬਰਗਾੜੀ ਮੋਰਚਾ ਲਾਇਆ ਸੀ ਉਦੋਂ ਵੀ ਅਸੀਂ ਅਰਦਾਸ ਕੀਤੀ ਸੀ ਤੇ ਅੱਜ ਵੀ ਬੜੀ ਸਫਲਤਾ ਦੇ ਨਾਲ ਅਸੀਂ ਅਰਦਾਸ ਕਰਕੇ ਆਪਣੀ ਭਾਵਨਾ ਪ੍ਰਗਟ ਕਰਕੇ ਤੇ ਆਏ ਹਾਂ। ਸੋ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਮੈਂ ਧਰਮ ਤੇ ਸਿਆਸਤ ਦੋਵਾਂ ਦੀ ਰਹਿਨੁਮਾਈ ਕਰਦਾ ਹਾਂ। ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਦੇ ਮੁਤਾਬਕ ਕੌਮ ਨੂੰ ਯੋਗ ਅਗਵਾਈ ਸਮੇਂ-ਸਮੇਂ ਦੇਣ ਦਾ ਮੇਰਾ ਫਰਜ਼ ਹੈ। ਅੱਜ ਤੁਹਾਨੂੰ ਪੂਰੀ ਪੀਸ ਦੇ ਨਾਲ ਉਹ ਮੋਰਚਾ ਆਪਣੀਆਂ ਹੱਕੀ ਮੰਗਾਂ ਨੂੰ ਮੁੱਖ ਰੱਖ ਕੇ ਲੱਗਾ ਔਰ 6 ਮਹੀਨੇ ਤੋਂ ਵੱਧ ਸਮਾਂ ਉਹ ਮੋਰਚਾ ਚੱਲਿਆ। ਉਸ ਮੋਰਚੇ ਦੇ ਵਿੱਚ ਪੰਜਾਬ ਦੇ ਸਿੱਖ ਧਰਮ ਨੂੰ ਛੱਡ ਕੇ ਦੂਸਰੇ ਧਰਮਾਂ ਦੇ ਲੋਕ ਕਾਫਲਿਆਂ ਦੇ ਰੂਪ ਦੇ ਵਿੱਚ ਆਏ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਲੋਕਾਂ ਨੇ, ਸੰਗਤਾਂ ਨੇ ਹਾਜ਼ਰੀ ਭਰੀ। ਬੜੀ ਜ਼ੋਰ ਦੇ ਨਾਲ ਸ਼ਾਂਤਮਈ ਰਹਿ ਕੇ ਸਰਕਾਰ ਦੇ ਕੋਲੋਂ ਮੰਗ ਕੀਤੀ, ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਇਆ ਔਰ ਜਿਸ ਦਾ ਸਦਕਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ, ਉਹ ਉਸ ਦੇ ਜਿਹੜੇ ਦੋਸ਼ੀ ਸੀ ਉਹ ਕਟਹਿਰੇ ਦੇ ਵਿੱਚ ਆ ਗਏ, ਉਹ ਫੜੇ ਗਏ। ਅੱਜ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹ ਦੋਸ਼ੀ ਅੱਜ ਫੜੇ ਜਾ ਚੁੱਕੇ ਹਨ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜੀ ਪੁਲਿਸ ਅਣਪਛਾਤੀ ਸੀ, ਉਸ ਪੁਲਿਸ ਨੂੰ ਉਸ ਦੀ ਪਛਾਣ ਕਰਕੇ ਉਸ ਦੇ ਉੱਤੇ ਪਰਚਾ ਦਰਜ ਹੋਇਆ ਔਰ ਤੀਜੇ 22 ਨੇਮ FIR ਦਰਜ ਹੋਈ। ਉਸ ਤੋਂ ਅੱਗੇ ਜੋ ਰਿਹਾਈਆਂ ਦੀ ਗੱਲ ਹੈ, ਉਹ ਬਹੁਤ ਸਾਰੇ ਸਿੰਘਾਂ ਨੂੰ ਪਰੋਲ ਮਿਲੀ। ਭਾਈ ਦਿਲਬਾਗ ਸਿੰਘ ਨੂੰ ਜਿਹਦੇ ਤੇ ਟਾਡਾ ਐਕਟ ਸੀ, ਉਸ ਨੂੰ ਪੱਕੀ ਰਿਹਾਈ ਮਿਲੀ ਔਰ ਉਸ ਤੋਂ ਬਾਅਦ ਜਿੰਨੇ ਵੀ ਦੂਸਰੇ ਸਿੰਘ ਬੰਦੀ ਸਿੰਘ ਨੇ ਉਹਨਾਂ ਦੀ ਜੇਲ੍ਹ ਤਬਦੀਲੀ ਵਾਸਤੇ ਦੂਸਰੀਆਂ ਸਟੇਟ ਦੀਆਂ ਜੇਲ੍ਹਾਂ ਨੂੰ ਸਰਕਾਰ ਦੇ ਵੱਲੋਂ ਚਿੱਠੀਆਂ ਲਿਖੀਆਂ ਗਈਆਂ ਔਰ ਦੂਸਰੇ ਪਾਸੇ ਉਹਨਾਂ ਨੂੰ ਰਿਹਾ ਕਰਨ ਵਾਸਤੇ ਸਰਕਾਰ ਨੂੰ ਪੰਜਾਬ ਸਰਕਾਰ ਨੇ ਚਿੱਠੀਆਂ ਲਿਖੀਆਂ ਔਰ ਦੂਜੇ ਪਾਸੇ 295 ਇਹ ਜਿਹੜੀ ਸਰਸਾ ਸਾਧ ਦੇ ਨਾਲ
ਸਾਡੇ ਗੁਰਸਿੱਖਾਂ ਦੇ ਉੱਤੇ ਲੱਗੀ ਸੀ, ਬਹੁਤ ਸਾਰੇ ਕੇਸ ਬਣੇ ਸੀ, ਉਹ ਸਾਰੇ ਦੇ ਸਾਰੇ ਪੰਜਾਬ ਸਰਕਾਰ ਨੇ ਵਾਪਸ ਲੈਣ ਦਾ ਹੁਕਮ ਕੀਤਾ। ਔਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਤੇ ਜਿਹੜੇ ਪਰਿਵਾਰ ਸੀ ਸ਼ਹੀਦ ਸਿੰਘਾਂ ਦੇ, ਉਹਨਾਂ ਨੂੰ ਕਰੋੜ ਕਰੋੜ ਰੁਪਈਏ ਦਾ ਮੁਆਵਜ਼ਾ ਔਰ ਹਜ਼ਾਰਾਂ ਦੇ ਹਿਸਾਬ ਨਾਲ 50-50 ਹਜ਼ਾਰ, 50-50 ਲੱਖ, 40-40 ਹਜ਼ਾਰ, 50-50 ਹਜ਼ਾਰ ਜ਼ਖਮੀਆਂ ਨੂੰ ਵੀ ਮਿਲਿਆ। ਕਈਆਂ ਨੂੰ 10 ਤੋਂ 15-15 ਲੱਖ ਰੁਪਈਆ ਮਿਲਿਆ। ਮੈਂ ਕੁੱਲ ਮਿਲਾ ਕੇ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੋਰਚਾ ਜਿਸ ਅਮਨ ਤਰੀਕੇ ਦੇ ਨਾਲ ਇਹ ਲੱਗਿਆ, ਇਸ ਮੋਰਚੇ ਨੇ ਪੰਜਾਬ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀ ਮਿਸਾਲ ਪੈਦਾ ਕੀਤੀ ਹੈ। ਇਸ ਮੋਰਚੇ ਦੇ ਲੱਗਣ ਦੇ ਨਾਲ ਹਰ ਇਨਸਾਫ ਪਸੰਦ ਬੰਦਾ ਉਹ ਬਰਗਾੜੀ ਵੱਲ ਝੁਕਿਆ ਔਰ ਵੱਡੀਆਂ ਵੱਡੀਆਂ ਪਾਰਟੀਆਂ ਦੇ ਅੰਦਰ ਬਹੁਤ ਵੱਡੀ ਉਥਲ ਪੁਥਲ ਹੋਈ ਔਰ ਜਿਹੜਾ ਸਿੱਖਾਂ ਦੇ ਉੱਤੇ ਅਕਸਰ ਇਹ ਇਲਜ਼ਾਮ ਲੱਗਦਾ ਸੀ ਉਹ ਦੂਰ ਹੋਇਆ। ਉਸ ਮੋਰਚੇ ਦੇ ਅੰਦਰ ਮੁਸਲਮਾਨ ਵੀਰ ਕਾਫਲੇ ਬਣ ਕੇ ਆਏ, ਹਿੰਦੂ ਵੀਰ ਕਾਫਲੇ ਬਣ ਕੇ ਆਏ, ਈਸਾਈ ਵੀਰ ਕਾਫਲੇ ਬਣ ਕੇ ਆਏ, ਉਦਾਸੀ ਨਿਰਮਲੇ ਔਰ ਸੇਵਾ ਪੰਥੀ, ਟਕਸਾਲਾਂ, ਸੰਪਰਦਾਵਾਂ, ਢਾਡੀ, ਰਾਗੀ, ਦਲਿਤ ਸਮਾਜ ਵਹੀਰਾਂ ਕੱਤ ਕੇ ਪਹੁੰਚਿਆ। ਜਿੱਥੇ ਇਸ ਮੋਰਚੇ ਨੇ ਅਮਨ ਦਾ ਸੁਨੇਹਾ ਪੂਰੇ ਦੇਸ਼ ਨੂੰ ਦਿੱਤਾ ਹੈ, ਉੱਥੇ ਇਸ ਮੋਰਚੇ ਨੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਉਹਨੂੰ ਕਾਇਮ ਰੱਖਿਆ। ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸਿੱਖਾਂ ਦਾ ਇੰਨਾ ਕੰਟਰੋਲ ਹੈ, ਸਿੱਖਾਂ ਦੇ ਵਿੱਚ ਇੰਨੀ ਸਿਆਣਪ ਹੈ ਕਿ 6 ਮਹੀਨੇ ਜਦੋਂ ਮੋਰਚਾ ਚੱਲਿਆ ਇੱਕ ਵੀ ਕਿਤੇ ਅਣਸੁਖਾਵੀ ਘਟਨਾ ਨਹੀਂ ਵਾਪਰੀ, ਕਿਤੇ ਬੋਲ ਕਬੋਲ ਵੀ ਨਹੀਂ ਹੋਇਆ। ਇਹ ਇੱਕ ਬੜੀ ਵੱਡੀ ਪ੍ਰਾਪਤੀ ਇਸ ਮੋਰਚੇ ਦੀ। ਔਰ ਦੂਸਰੇ ਪਾਸੇ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੋਈ ਉਹ ਇਹ ਹੋਈ ਕਿ ਜਦੋਂ ਬਰਗਾੜੀ ਦਾ ਮੋਰਚਾ ਲੱਗਿਆ ਤੇ ਪੂਰੀ ਦੀ ਪੂਰੀ ਸਿੱਖ ਕੌਮ ਦੇਸ਼ ਵਿਦੇਸ਼ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਉਹ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਗਏ। ਇਹ ਖਾਲਸੇ ਪੰਥ ਦੀ ਬੜੀ ਵੱਡੀ ਜਿੱਤ ਸੀ। ਸੋ ਮੈਨੂੰ ਬੜਾ ਮਾਣ ਹੈ ਸਾਰੀਆਂ ਕੌਮਾਂ ਦੇ ਉੱਤੇ, ਆਪਣੀ ਕੌਮ ਦੇ ਉੱਤੇ, ਕਿ ਜਿਹੜਾ ਸ਼ਾਂਤਮਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਦੂਸਰੇ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਮੋਰਚਾ ਲੱਗਿਆ। ਇਹਦੇ ਉੱਤੇ ਪੂਰੀ ਦੁਨੀਆ ਨੇ ਮੋਹਰ ਲਾਈ ਤੇ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ, ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਚਾਹੁੰਦੇ ਨੇ। ਅਸੀਂ ਵੀ ਅਮਨ ਸ਼ਾਂਤੀ ਚਾਹੁੰਦੇ ਹਾਂ। ਅਸੀਂ ਜਿੱਥੇ ਗਰੀਬ ਨੂੰ, ਮਜਲੂਮ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈ ਕੇ ਚੱਲਣਾ ਚਾਹੁੰਦੇ ਹਾਂ, ਉੱਥੇ ਅਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਬੁੱਕਲ ਦੇ ਵਿੱਚ ਲੈਣਾ ਚਾਹੁੰਦੇ ਹਾਂ। ਅਸੀਂ ਬੜਾ ਸਾਰਿਆਂ ਦੇ ਨਾਲ ਗੁਰੂ ਸਿਧਾਂਤ ਦੇ ਮੁਤਾਬਕ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਅਸੀਂ ਉਸ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਅਸੀਂ ਹਰ ਇੱਕ ਨੂੰ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਪੰਕਤੀਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰਿਆਂ ਦੀ ਰੱਖਿਆ ਦੇ ਵਾਸਤੇ, ਸਾਰਿਆਂ ਦੀ ਸੁਰੱਖਿਆ ਦੇ ਵਾਸਤੇ, ਸਾਰਿਆਂ ਦੇ ਰੁਜ਼ਗਾਰ ਦੇ ਵਾਸਤੇ, ਸਾਰਿਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਾਸਤੇ ਅੱਜ ਅਸੀਂ ਪਰਨ ਕਰਦੇ ਹਾਂ। ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਮੋਰਚਾ ਖਤਮ ਨਹੀਂ ਹੋਇਆ। ਸਰਕਾਰ ਨੇ ਆ ਕੇ ਜਿਹੜਾ ਉੱਥੇ ਐਲਾਨ ਕੀਤਾ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ। ਇਹ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਉਹ ਵਿਧਾਨ ਸਭਾ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਲਾਈਵ ਲੋਕਾਂ ਨੇ ਵੇਖਿਆ। ਸੋ ਪਹਿਲੀਆਂ ਜਿਹੜੀਆਂ ਕਮਿਸ਼ਨ ਦੀਆਂ ਰਿਪੋਰਟਾਂ ਉਹ ਦਬਾਈਆਂ ਗਈਆਂ, ਪਰ ਮੋਰਚੇ ਦੇ ਪ੍ਰੈਸ਼ਰ ਦੇ ਨਾਲ ਇਹ ਜਿਹੜੀ ਰਿਪੋਰਟ ਜਨਤਕ ਹੋਈ ਤੇ ਲੋਕਾਂ ਨੂੰ ਸੱਚ ਦਾ ਸੱਚ ਪਤਾ ਲੱਗਾ, ਝੂਠ ਦਾ ਝੂਠ ਪਤਾ ਲੱਗਾ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਸ ਮੋਰਚੇ ਦਾ ਸਦਕਾ
ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ ਅਕਸ਼ੇ ਕੁਮਾਰ, ਸਮੇਤ ਸਿੰਘ ਸੈਣੀ DGP ਸਾਬਕਾ, ਇਹ ਵੀ ਕਾਨੂੰਨ ਦੇ ਕਟਹਿਰੇ ਦੇ ਵਿੱਚ ਆਏ। ਇਹਨਾਂ ਦੀ ਵੀ ਪੁੱਛਗਿੱਛ ਹੋਈ ਔਰ ਬਰਗਾੜੀ ਦਾ ਜਿਹੜਾ ਨਾਂ ਇਸ ਮੋਰਚਾ ਲੱਗਣ ਕਰਕੇ ਬਰਗਾੜੀ ਸਾਹਿਬ ਰੱਖਿਆ ਗਿਆ। ਸੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਲੋੜ ਹੈ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ, ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ, ਜਿੱਥੇ ਅਸੀਂ ਧਾਰਮਿਕ ਆਪਣੀ ਰੀਤ ਰਿਵਾਜਾਂ ਨੂੰ ਅਸੀਂ ਕਾਇਮ ਰੱਖਣਾ ਹੈ, ਅਸੀਂ ਸਾਰੇ ਕੌਮ ਨੂੰ ਗੁਰਸਿੱਖੀ ਦੇ ਨਾਲ ਜੋੜਨਾ ਹੈ, ਉਹਨਾਂ ਨੂੰ ਪਾਠ ਪੜ੍ਹਾਉਣਾ ਹੈ। ਉੱਥੇ ਅਸੀਂ ਸੱਚੀ ਸੁੱਚੀ ਜਿਹੜੀ ਸਿਆਸਤ ਆ, ਜਿਸ ਦੀ ਅਕਾਲ ਤਖਤ ਸਾਹਿਬ ਅਗਵਾਈ ਕਰਦਾ ਹੈ, ਅਸੀਂ ਉਸ ਦੇ ਉੱਤੇ ਵੀ ਡਟ ਕੇ ਪਹਿਰਾ ਦੇਣਾ ਹੈ। ਕਿਉਂਕਿ ਅੱਜ ਸਿਆਸੀ ਤੌਰ ਦੇ ਉੱਤੇ ਜੋ ਪੰਜਾਬ ਦਾ ਪੇੜ ਹੈ ਇਹ ਬੜਾ ਮਾੜਾ, ਇਹਦੇ ਤੋਂ ਅੱਜ ਪੰਜਾਬ ਦਾ ਹਰ ਬੱਚਾ ਦੁਖੀ ਹੈ। ਸੋ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਲੋਕਾਂ ਨੂੰ ਜਿਹੜੇ ਸਾਰੇ ਦੁਖੀ ਨੇ ਉਹਨਾਂ ਨੂੰ ਰਾਹਤ ਦਿਵਾਵਾਂਗੇ ਤੇ ਪੰਜਾਬ ਦੇ ਵਿੱਚ ਇੱਕ ਐਸਾ ਰਾਜ ਆਊਗਾ ਜਿਸ ਰਾਜ ਤੋਂ ਪੰਜਾਬ ਦਾ ਬੱਚਾ ਜਿਹੜਾ ਉਹ ਆਪਣੇ ਆਪ ਨੂੰ ਖੁਸ਼ ਸਮਝੂਗਾ। ਦੂਜੇ ਨੰਬਰ ਦੇ ਉੱਤੇ ਸਾਧ ਸੰਗਤ ਜੀ, ਅਸੀਂ ਜਿਹੜੀ ਧਾਰਮਿਕ ਸਾਡੇ ਰੀਤ ਰਿਵਾਜ ਸਾਰੇ ਖਰਾਬ ਹੋ ਗਏ ਨੇ, ਅਸੀਂ ਇਹਨਾਂ ਨੂੰ ਬਚਾਉਣ ਵਾਸਤੇ ਅਸੀਂ ਸਾਰੀ ਕੌਮ ਨੂੰ ਵੀ ਲਾਮਬੰਦ ਕਰਾਂਗੇ। ਸੋ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਮੀਡੀਆ ਦਾ, ਸੋਸ਼ਲ ਮੀਡੀਆ ਦਾ ਔਰ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਾਖੂਬੀ ਇਸ ਮੋਰਚੇ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਆਂਦਾ ਤੇ ਪੂਰੀ ਦੁਨੀਆ ਇਸ ਮੋਰਚੇ ਦੇ ਨਾਲ ਜੁੜੀ। ਔਰ ਅਸੀਂ ਅਗਲੀ ਜਿਹੜੀ ਮੀਟਿੰਗ ਆ ਉਹ ਅਸੀਂ 20 ਤਰੀਕ ਨੂੰ ਫਤਿਹਗੜ੍ਹ ਸਾਹਿਬ ਵਿਖੇ ਕਰ ਰਹੇ ਆ। ਉੱਥੇ ਅਸੀਂ ਜਿਹੜਾ ਆਉਣ ਵਾਲਾ ਐਕਸ਼ਨ ਪ੍ਰੋਗਰਾਮ ਆ, ਜਿਹੜਾ ਦੂਜੇ ਪੜਾਅ ਦਾ ਪ੍ਰੋਗਰਾਮ ਆ, ਅਸੀਂ ਉਹਦਾ ਉੱਥੇ ਐਲਾਨ ਕਰਾਂਗੇ। ਉਹ ਪ੍ਰੋਗਰਾਮ ਜਿਹੜਾ ਹੋਊਗਾ ਉਹ ਹੋਊਗਾ ਕਿ ਅਸੀਂ ਪੰਜਾਬ ਦੀਆਂ ਸੱਥਾਂ ਵਿੱਚ ਸੱਚਾਈ ਦੀ ਗੱਲ ਜਿਹੜੀ ਲੈ ਕੇ ਜਾਵਾਂਗੇ। ਹਰ ਪਿੰਡ ਦੀ ਸੱਥ ਦੇ ਵਿੱਚ ਇਹ ਜਿਹੜਾ ਬਰਗਾੜੀ ਮੋਰਚਾ, ਇਹ ਸਾਰਿਆਂ ਦੇ ਸਹਿਯੋਗ ਦੇ ਨਾਲ, ਗਰੀਬ ਵਰਗ ਦੇ ਸਹਿਯੋਗ ਦੇ ਨਾਲ, ਸਾਰੇ ਧਰਮਾਂ ਦੇ ਸਹਿਯੋਗ ਦੇ ਨਾਲ ਇਹ ਆਪਣੀ ਸੱਚ ਦੀ ਜਿਹੜੀ ਗੱਲ ਹੈ ਉਹ ਕਰਕੇ ਜਿਹੜਾ ਇਨਸਾਫ ਆ ਉਹਦੀ ਇਹ ਪ੍ਰਾਪਤੀ ਕਰੂਗਾ। ਕੱਲ ਫਿਰ ਉਹਨਾਂ ਨੇ ਜਿਹੜੇ ਇੱਥੇ ਦਰਬਾਰ ਸਾਹਿਬ ਆਏ ਸਨ ਉਹ ਫਿਰ ਟਾਰਗੇਟ ਕਰਕੇ ਗਏ, ਤੁਹਾਡੇ ਤੇ ਵੀ ਇਤਰਾਜ਼ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਪਿਛਲੇ ਸਮੇਂ ਦੌਰਾਨ ਜਿਹੜੀ ਪੰਜਾਬ ਦੇ ਵਿੱਚ ਬੇਅਦਬੀ ਹੋਈ ਹੈ, ਉਹਦੇ ਅਕਾਲੀ ਸਰਕਾਰ, ਉਹਦੀ ਬਾਦਲ ਪਰਿਵਾਰ ਜਿਹੜਾ ਉਹਦਾ ਦੋਸ਼ੀ ਮੰਨਿਆ ਗਿਆ ਹੈ, ਉਹ ਮੁਲਜ਼ਮ ਦੇ ਕਟਹਿਰੇ ਦੇ ਵਿੱਚ ਖੜੇ ਨੇ। ਇਸ ਕਰਕੇ ਉਹ ਕੀ ਕਹਿੰਦੇ ਨੇ ਉਹਦਾ ਜਵਾਬ ਦੇਣ ਦੀ ਲੋੜ ਨਹੀਂ। ਅੱਜ ਲੋੜ ਹੈ ਕਿ ਜਿਹੜੇ ਉਹਨਾਂ ਨੇ ਗੁਨਾਹ ਕੀਤੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਦੀਆਂ ਸਜ਼ਾਵਾਂ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਲੈ ਕੇ ਆਉਣਾ, ਤਾਂ ਕਿ ਪਤਾ ਲੱਗ ਸਕੇ ਕਿ ਇੱਕ ਸਰਕਾਰ ਦੇ ਹੁੰਦਿਆਂ ਅਸੀਂ ਚਾਹੁੰਦੇ ਹਾਂ ਵੀ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਨਾ ਹੋਵੇ, ਕਿਸੇ ਵੀ ਗ੍ਰੰਥ ਦੀ ਕੋਈ ਬੇਅਦਬੀ ਨਾ ਹੋਵੇ। ਪਰ ਇਹ ਬੜੀ ਮੰਦਭਾਗੀ ਗੱਲ ਸੀ ਕਿ ਜਦੋਂ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਬਣੀ ਸਰਕਾਰ ਨੇ ਫਿਰ ਆਪਣੇ ਰਾਜ ਦੇ ਵਿੱਚ ਅਣਗਹਿਲੀ ਕਾਰਨ ਜਾਣਬੁੱਝ ਕੇ ਸੌਦੇਬਾਜ਼ੀ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਵਿੱਚ ਰੋਲਿਆ। ਇਹਨੂੰ ਪੰਜਾਬ ਦਾ ਇਨਸਾਫ ਪਸੰਦ ਕੋਈ ਵੀ ਇਨਸਾਨ ਬਰਦਾਸ਼ਤ ਨਹੀਂ ਕਰਦਾ ਤੇ ਸਿੱਖ ਕੌਮ ਬਿਲਕੁਲ ਨਹੀਂ ਕਰਦੀ। ਅਸੀਂ ਉਹਦੇ ਵਾਸਤੇ ਲੜਾਈ ਲੜੀ ਹੈ ਤੇ ਅਮਨ ਪਸੰਦ ਤਰੀਕੇ ਦੇ ਨਾਲ ਲੜੀ ਹੈ ਔਰ ਸਾਡੀ ਲੜਾਈ ਨੂੰ ਪੂਰੀ ਦੁਨੀਆ ਦੇ ਵਿੱਚ ਸਲਾਹਿਆ ਗਿਆ ਤੇ ਸਿੱਖ ਕੌਮ ਨੂੰ ਅਸੀਂ ਇਨਸਾਫ ਜਿਹੜਾ ਲੈ ਕੇ ਦੇਵਾਂਗੇ। ਪੂਰੇ ਦੇ ਪੂਰੇ ਜਿਹੜੇ ਕੈਦੀ ਨੇ ਇਹ ਰਿਹਾ ਕਰਵਾਉਣੇ ਨੇ। ਜਗਤਾਰ ਸਿੰਘ ਹਵਾਰੇ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਔਰ ਸਾਰੀਆਂ ਗੱਲਾਂ ਅਸੀਂ ਇਹ ਕਰਨੀਆਂ। ਉਹਦੇ ਵਾਸਤੇ ਸਿੱਖ ਕੌਮ ਪਹਿਲਾਂ ਅਸੀਂ ਬੈਠ ਕੇ ਲੜਾਈ ਲੜੀ ਹੈ, ਹੁਣ ਅਸੀਂ ਗਲੀਆਂ ਵਿੱਚ ਜਾਵਾਂਗੇ, ਸੱਥਾਂ ਵਿੱਚ ਜਾਵਾਂਗੇ ਔਰ ਪੰਜਾਬ ਦੇ ਬੱਚੇ ਨੂੰ ਦੱਸਾਂਗੇ ਪੰਜਾਬ ਨਾਲ ਕੀ ਬੇਇਨਸਾਫੀ ਹੋਈ। ਦਾਦੂਵਾਲ ਸਾਹਿਬ ਦੇ ਅੱਜ ਦੀਵਾਨ ਪਹਿਲਾਂ ਤੋਂ ਸੀਗੇ, ਇਸ ਕਰਕੇ ਉਹ ਨਹੀਂ ਆਏ। ਨਾ ਦਾਦੂਵਾਲ ਵੱਖਰਾ, ਨਾ ਹਵਾਰਾ ਵੱਖਰਾ, ਨਾ ਜਥੇਦਾਰ ਅਜਨਾਲਾ ਵੱਖਰਾ। ਕਿਹੜੀ ਮੰਗ ਮੰਨੀ ਗਈ 1 ਜੂਨ ਨੂੰ ਜੋ ਤੁਸੀਂ ਕਿਹਾ ਸੀ ਉਹ ਸਾਰੀਆਂ ਚੁਠਾਈਆਂ ਗਈਆਂ ਤੁਹਾਡੀ ਸਰਕਾਰ ਵੱਲੋਂ, ਕਿਹੜੀ ਅੱਜ ਤੱਕ ਮੰਨੀ ਗਈ ਮੰਗ? ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹ ਫੜੇ ਗਏ ਨੇ। 27 ਦੋਸ਼ੀ। ਸਜ਼ਾ ਕਾਨੂੰਨ ਨੇ ਦੇਣੀ ਹੈ, ਸਜ਼ਾ ਕਾਨੂੰਨ ਨੇ ਦੇਣੀ ਹੈ, ਜੱਜ ਨੇ ਸਜ਼ਾ ਦੇਣੀ ਹੈ, ਨਾ ਕਿ ਪ੍ਰਸ਼ਾਸਨ ਨੇ ਸਜ਼ਾ ਦੇਣੀ ਹੈ।
ਜਹੇਦਾਰ ਜੀ ਕਿੰਨੇ ਸਿੰਘ ਰਿਹਾ ਹੋਏ ਜੀ ਇਸ ਮੋਰਚੇ ਤੋਂ ਬਾਅਦ ਕਿੰਨੇ ਸਿੰਘ ਰਿਹਾ ਹੋ ਗਏ ਨੇ ਕਿੰਨੇ ਲਿਸਟ ਬਾਕੀ ਰਹਿ ਗਈ ਤੇ ਕਿੰਨੇ ਰਿਹਾ ਹੋਏ ਕਿੰਨੇ ਸਿੰਘਾਂ ਦੀ ਮੰਗ ਸੀ ਜੀ ਰਿਹਾਈ ਦੇਣੀ ਤੇ ਕਿੰਨੇ ਰਿਹਾ ਹੋਗੇ ਜੀ ਦੇਖੋ ਇੱਕ ਸਿੰਘ ਪੱਕੇ ਤੌਰ ਤੇ ਰਿਹਾ ਹੋਇਆ, ਇੱਕ ਸਿੰਘ ਪੱਕੇ ਤੌਰ ਤੇ ਦਿਲਬਾਗ ਸਿੰਘ ਰਿਹਾ ਹੋਇਆ। ਦੂਸਰਿਆਂ ਦੀਆਂ ਚਿੱਠੀਆਂ ਜਿਹੜੀਆਂ ਸਰਕਾਰਾਂ ਨੂੰ ਲਿਖੀਆਂ ਗਈਆਂ ਨੇ, ਦਿੱਲੀ ਨੂੰ ਭੇਜੀਆਂ ਗਈਆਂ ਨੇ, ਉਹ ਸਾਡੇ ਕੋਲ ਅਸੀਂ 18 ਸਿੰਘਾਂ ਦੀ ਗੱਲ ਕੀਤੀ। ਇੱਕ ਰਿਹਾ ਹੋਇਆ ਬਾਕੀ 17 ਬਾਕੀ ਪੈਰੋਲ ਤੇ ਆਲਰੇਡੀ ਪਹਿਲਾਂ ਹੀ ਆ ਰਹੇ ਨੇ ਮੋਰਚੇ ਦਾ ਦਬਾਅ ਕਰਕੇ, ਉਹ ਪਹਿਲਾਂ ਹੀ ਆਏ ਨੇ। ਸਿੰਘ ਤੇ ਗੁਰਬਖਸ਼ ਸਿੰਘ ਦੀ ਜਿਹੜਾ ਹੈਗਾ ਸੀਗਾ ਉਹਦੇ ਕਰਕੇ ਰਿਹਾ ਹੋਇਆ। ਅਸੀਂ ਸੂਰਤ ਸਿੰਘ ਦੀ ਜਥੇਦਾਰ ਦੀ ਤੇ ਗੁਰਬਖਸ਼ ਸਿੰਘ ਦੀ ਜਿਹੜੀ ਸੋਚ ਹੈ ਨਾ, ਅਸੀਂ ਉਹਨੂੰ ਲੈ ਕੇ ਚੱਲੇ ਹੋਏ। ਮਤ ਕੋਈ ਸੋਚੇ ਕਿ ਉਹ ਸੋਚ ਤੋਂ ਪਾਸੇ ਅਸੀਂ ਜਾ ਰਹੇ, ਉਹ ਸੋਚ ਨੂੰ ਅੱਗੇ ਤੋਰਦੇ ਹੋਏ ਜਿਹੜਾ ਉਹਨਾਂ ਦਾ ਸੁਪਨਾ ਸੀ ਨਾ, ਅਸੀਂ ਉਹ ਪੂਰਾ ਕਰਨਾ ਤੇ ਤੁਹਾਨੂੰ ਕਰਕੇ ਵਿਖਾਵਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚੇ ਰੂਪ ਚ ਮਾਫੀ ਮੰਗੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਸੇਵਾ ਕਰਕੇ ਗਏ ਨੇ, ਭਾਂਡੇ ਮਾਂਜ ਕੇ ਗਏ ਨੇ। ਉਹ ਸ਼੍ਰੋਮਣੀ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਕਹੋ। ਉਹਨੂੰ ਬਾਦਲ ਦਲ ਕਿਹਾ ਜਾ ਸਕਦਾ ਹੈ, ਬਾਦਲ ਪਰਿਵਾਰ ਕਿਹਾ ਜਾ ਸਕਦਾ, ਉਹਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਤੇ ਦਸਤੂਰ ਜਿਹੜੇ ਨੇ ਉਹ ਬੜੇ ਉੱਚੇ ਸੁੱਚੇ ਨੇ, ਉਹਨਾਂ ਨੂੰ ਪੈਰਾਂ ਵਿੱਚ ਰੋਲਿਆ ਗਿਆ, ਇਸ ਕਰਕੇ ਉਹ ਅਕਾਲੀ ਦਲ ਅਖਵਾਉਣ ਦੇ ਹੱਕਦਾਰ ਨਹੀਂ। ਕਹਿੰਦੇ ਬੇਦਬੀ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਜੀ, ਕੋਈ ਹੋਰ ਰਹਿੰਦੇ ਆ ਜੀ। ਇਹ ਸਾਰੀ ਡਰਾਮੇਬਾਜ਼ੀ ਆ ਜੀ, ਜਿਹੜੀ ਸੇਵਾ ਹੋ ਰਹੀ ਹੈ ਇਹ ਡਰਾਮੇਬਾਜ਼ੀ ਆ। ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਵਕਾਰ ਗਵਾਚਿਆ, ਉਹ ਐਸੇ ਡਰਾਮਿਆਂ ਦੇ ਨਾਲ ਹੁਣ ਵਾਪਸ ਨਹੀਂ ਆਉਣ ਵਾਲਾ, ਕਿਉਂਕਿ ਪੂਰੇ ਦਾ ਪੂਰਾ ਪੰਜਾਬ, ਪੂਰੀ ਦੀ ਪੂਰੀ ਦੁਨੀਆ ਉਹਨਾਂ ਨੂੰ ਰੱਦ ਕਰ ਚੁੱਕੀ ਆ। ਉਹ ਦੋਸ਼ੀ ਨੇ, ਇਸ ਕਰਕੇ ਉਹ ਹੁਣ ਪੰਥ ਦੀ ਕਚਹਿਰੀ ਵਿੱਚ ਦੁਬਾਰਾ ਸਟੈਂਡ ਨਹੀਂ ਹੋ ਸਕਦੇ। ਗੁਰੂ ਸਾਹਿਬ ਤੋਂ ਮਾਫੀ ਮੰਗੀ ਆ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਜੀ? ਇਹ ਤਾਂ ਗੁਰੂ ਸਾਹਿਬ ਹੀ ਦੱਸਣਗੇ, ਇਹ ਮੈਂ ਨਹੀਂ ਦੱਸ ਸਕਦਾ। ਮਾਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘਾ ਜਿਹੜਾ ਕੋਰੀਡੋਰ ਖੁੱਲਿਆ, ਉਹਦੇ ਵਿਰੁੱਧ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਹ ਜਿੱਥੇ ਪੰਜਾਬ ਦੇ ਵਾਸਤੇ ਮੰਦਭਾਗੀ ਹੈ, ਉੱਥੇ ਸਿੱਖ ਕੌਮ ਦੇ ਵਾਸਤੇ ਬਹੁਤ ਮੰਦਭਾਗੀ ਹੈ, ਕਿਉਂਕਿ ਸਾਡੇ ਬੜੇ ਪਵਿੱਤਰ ਧਾਰਮਿਕ ਸਥਾਨ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ। ਸਗੋਂ ਪਾਕਿਸਤਾਨ ਦੇ ਨਾਲ ਦੋਸਤੀ ਵਧਾਉਣੀ ਚਾਹੀਦੀ ਹੈ। ਇਹ ਜਿਹੜਾ ਰਸਤਾ ਖੁੱਲਿਆ, ਜਿਹਦੇ ਵਾਸਤੇ ਸਿੱਖ ਹਮੇਸ਼ਾ ਅਰਦਾਸਾਂ ਕਰਦਾ ਰਿਹਾ, ਉਹ ਮੈਂ ਕਹਿੰਦਾ ਵੀ ਸਿੱਖਾਂ ਦੀ ਅਰਦਾਸ ਬੜੇ ਚਿਰੋਕੇ ਸਮੇਂ ਤੋਂ ਬਾਅਦ ਪੂਰੀ ਹੋਈ ਹੈ। ਇਹਦੇ ਨਾਲ ਪੂਰੀ ਸਿੱਖ ਕੌਮ ਦੇ ਵਿੱਚ, ਇੱਧਰ ਤੇ ਲਹਿੰਦੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਵਿਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਤੇ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਹੈ, ਇਮਰਾਨ ਖਾਨ ਨੇ, ਸਿੱਧੂ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਕੈਪਟਨ ਸਾਹਿਬ ਨੂੰ ਮੈਂ ਕਹਿੰਦਾ ਵਿਰੋਧ ਨਹੀਂ ਕਰਨਾ ਚਾਹੀਦਾ, ਇਹਦੇ ਹੱਕ ਦੇ ਵਿੱਚ ਚੰਗੇ ਪ੍ਰਬੰਧ ਕਰਨੇ ਚਾਹੀਦੇ ਨੇ। ਅਗਰ ਕੈਪਟਨ ਸਾਹਿਬ ਆਪਣੀ ਆਦਤ ਨਹੀਂ ਬਦਲਦੇ ਤੇ ਫਿਰ ਇੱਕ ਦਿਨ ਕੈਪਟਨ ਸਾਹਿਬ ਨੂੰ ਵੀ ਕੌਮ ਦੀ ਕਚਹਿਰੀ ਵਿੱਚ ਖੜ ਕੇ ਮਾਫੀ ਮੰਗਣੀ ਪਊਗੀ। ਸੋ ਬਿਲਕੁਲ ਬਰਗਾੜੀ ਮੋਰਚੇ ਨੂੰ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਆ, ਉਹ ਮੰਗਾਂ ਜਿਹੜੀਆਂ ਆ ਉਹ ਮੰਨਣ ਦੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਸੀ। ਤੁਸੀਂ ਗੱਲਬਾਤ ਜਿਹੜੀ ਆ ਉਹ ਸੁਣੀ ਜਥੇਦਾਰ ਧਿਆਨ ਸਿੰਘ ਮੰਡ ਦੀ। ਹੁਣ ਉਹ ਇੱਥੋਂ ਰਵਾਨਾ ਹੋ ਰਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ, ਅਰਦਾਸ ਕੀਤੀ। ਉਹਨਾਂ ਨੇ ਕਿਹਾ ਕਿ 20 ਤਰੀਕ ਨੂੰ ਫਤਿਹਗੜ੍ਹ ਸਾਹਿਬ ਤੋਂ ਉਹ ਅਗਲਾ ਜਿਹੜਾ ਐਲਾਨ ਆ ਉਹ ਕਰਨਗੇ ਮੋਰਚੇ ਦਾ, ਕਿਉਂਕਿ ਉੱਥੇ ਵੀ ਕਿਹਾ ਗਿਆ ਸੀ ਕਿ ਪੜਾਅ ਜਿਹੜਾ ਆ ਉਹ ਬਦਲਿਆ ਗਿਆ ਆ, ਕਿਉਂਕਿ ਬਰਗਾੜੀ ਤੋਂ ਮੋਰਚਾ ਜਿਹੜਾ ਆ ਉਹ ਕਹਿੰਦੇ ਆ ਕਿ ਚੁੱਕਿਆ ਨਹੀਂ ਗਿਆ ਜਾਂ ਹਟਾਇਆ ਨਹੀਂ ਗਿਆ ਜਾਂ ਬੰਦ ਨਹੀਂ ਕੀਤਾ ਗਿਆ। ਸੋ ਪੜਾਅ ਜਿਹੜਾ ਉਹ ਬਦਲਿਆ ਗਿਆ ਆ। ਤੇ ਤੁਸੀਂ ਦੇਖ ਸਕਦੇ ਜੇ ਕਿ ਹੁਣ ਇੱਥੋਂ ਗੱਡੀਆਂ ਜਿਹੜੀਆਂ ਆ ਉਹ ਚਾਲੇ ਪਾ ਰਹੀਆਂ ਨੇ, ਰਵਾਨਾ ਹੋ ਰਹੀਆਂ ਨੇ। ਸੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀਆਂ ਕਾਫੀ ਜਿਹੜੀਆਂ ਮੰਗਾਂ ਆ ਉਹ ਮੰਨੀਆਂ ਗਈਆਂ ਨੇ। ਸੋ ਇਸ ਚੀਜ਼ ਨੂੰ ਮੁੱਖ ਰੱਖ ਕੇ ਸੰਗਤ ਜਿਹੜੀ ਆ ਉਹ ਵੀ ਥੋੜ੍ਹਾ ਇਹ ਕਰ ਰਹੀ ਸੀ ਵਿਰੋਧ ਕਿ ਕਿਉਂ ਮੋਰਚਾ ਚੁੱਕਿਆ ਗਿਆ, ਇੰਨਾ ਚਿਰ ਜਿਹੜਾ ਮੋਰਚਾ ਉਹ ਚੱਲਿਆ ਵਾ ਤੇ ਅੱਗੇ ਇਲੈਕਸ਼ਨ ਆ ਰਹੀ, ਉਸ ਨੂੰ ਮੁੱਖ ਰੱਖਦਿਆਂ ਜਾਂ ਕਾਂਗਰਸ ਸਰਕਾਰ ਦੇ ਦਬਾਅ ਦੇ ਵਿੱਚ ਸਾਰਾ ਕੁਝ ਹੋਇਆ ਜਾਂ ਕੀ ਕੁਝ ਹੋਇਆ, ਇਸ ਚੀਜ਼ ਨੂੰ ਉਹਨਾਂ ਨੇ ਸਾਰਾ ਜਿਹੜਾ ਆ ਉਹ ਕਲੀਅਰ ਕੀਤਾ ਆ ਕਿ ਹੁਣ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਆ ਉਹ ਉਲੀਕੀ ਜਾਵੇਗੀ।
ਸੋ ਅੱਜ ਦਾ ਤੁਸੀਂ ਸਾਰਾ ਜਿਹੜਾ ਵਾ ਉਹ ਪ੍ਰੋਗਰਾਮ ਦੇਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਤੇ ਮੀਡੀਆ ਦੇ ਸਵਾਲਾਂ ਦੇ ਉਹਨਾਂ ਨੇ ਜਵਾਬ ਜਿਹੜੇ ਆ ਉਹ ਵੀ ਦਿੱਤੇ। ਅੱਗੇ ਸੰਗਤ ਜਿਹੜੀ ਆ ਉਹ ਉਡੀਕ ਕਰੇ 20 ਤਰੀਕ ਦੀ, ਉਸ ਤੋਂ ਬਾਅਦ ਦੇ ਵਿੱਚ ਕੀ ਫੈਸਲਾ ਹੁੰਦਾ, ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ, ਮੋਰਚਾ ਲੱਗਦਾ ਜਾਂ ਅੱਗੇ ਪੜਾਅ ਬਣਦਾ ਜਾਂ ਕੀ ਬਣਦਾ ਆ। ਬੰਦੀ ਸਿੰਘ ਕੀ ਉਹਨਾਂ ਦਿਨਾਂ ਤੱਕ ਜਿਹੜੇ ਆ ਉਹ ਰਿਹਾ ਹੋ ਕੇ ਆਉਂਦੇ ਆ ਜਾਂ ਕੀ ਬਣਦਾ ਆ, ਇਸ ਚੀਜ਼ ਦੇ ਉੱਤੇ ਜਿਹੜੀ ਨਜ਼ਰ ਆ ਉਹ ਰੱਖੀ ਜਾਵੇਗੀ। ਕੈਮਰਾਮੈਨ ਦਲਜੀਤ ਸਿੰਘ ਦੇ ਨਾਲ ਹਰਿੰਦਰ ਸਿੰਘ ਗਿੱਲ, ਸਿੱਖ ਚੈਨਲ ਨਿਊਜ਼, ਅੰਮ੍ਰਿਤਸਰ।